गुड मॉर्निंग। अज आप बेटा करनी आ स्टोरी पत्ता। तुहाडे सिलेबस की जिहड़ी है दूसरी स्टोरी है पत्ता, वो अज आप करांगे फॉर रिवीजन दे लई, ताकि जिहड़ी है तुहानूं एक तरह जे कोई प्रॉब्लम आ रही है या कुछ भी है तो तुहाडी रिवीजन हो जाए। ठीक है। पत्ता जिहड़ा आ, सब तो पहलां तां ये समझना जरूरी है कि पत्ता जिहड़ा आ है की आ, किहनूं पत्ता कहंदे आ। ਜਦੋਂ ਤੁਸੀਂ ਇਸ ਕਹਾਣੀ ਦੇ ਨਾਲ ਰਿਲੇਟਿਡ ਕੋਈ ਕੁਐਸਚਨ ਅਟੈਂਪਟ ਕਰੋਗੇ, ਠੀਕ, ਜਾਂ ਕੋਈ ਵੀ ਵਿਸ਼ਾ ਲਿਖੋਗੇ, ਤਾਂ ਸਭ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਆ ਕਿ ਇਹ ਜਿਹੜੀ ਕਹਾਣੀ ਆ ਪੱਤਾ, ਇਹ ਪੇਂਡੂ ਜੀਵਨ ਦੇ ਨਾਲ ਸੰਬੰਧ ਰੱਖਦੀ ਆ। ਖਾਸ ਤੌਰ 'ਤੇ ਕਿਸਾਨਾਂ ਦੀ ਜ਼ਿੰਦਗੀ ਦਾ ਦ੍ਰਿਸ਼ ਜਿਹੜਾ ਆ ਉਹ ਸਾਡੇ ਸਾਹਮਣੇ ਪੇਸ਼ ਕਰਦੀ ਆ ਕਿ ਆਮ ਕਰਕੇ ਜਿਹੜਾ ਕਿਸਾਨੀ ਜੀਵਨ ਹੈ ਨਾ, ਉਹ ਸੰਘਰਸ਼ ਦੇ ਨਾਲ ਭਰਿਆ ਹੋਇਆ ਹੁੰਦਾ ਆ। ਤੜਕੇ ਜਿਹੜੀ ਆ ਇਹ ਜ਼ਿੰਦਗੀ ਸ਼ੁਰੂ ਹੁੰਦੀ ਹੈ ਔਰ ਨੇਰੇ ਪਏ ਤੱਕ ਜਿਹੜੇ ਆ ਕਿਸਾਨ ਖੇਤਾਂ ਦੇ ਵਿੱਚ ਹੱਡ ਤੋੜ ਵੀ ਮਿਹਨਤ ਕਰਦੇ ਆ। ਔਰ ਜਦੋਂ ਉਹ ਤੜਕੇ ਜਾਂਦੇ ਆ ਤਾਂ ਉਹਨਾਂ ਦੇ ਲਈ ਜਿਹੜਾ ਆ ਪਰਿਵਾਰਿਕ ਮੈਂਬਰਾਂ ਦੇ ਵਿੱਚੋਂ ਕੋਈ ਵੀ ਜਿਹੜਾ ਮੈਂਬਰ ਆ ਉਹ ਖੇਤਾਂ ਦੇ ਵਿੱਚ ਗਏ ਹੋਏ ਆਪਣੇ ਜੀ ਦੇ ਲਈ ਰੋਟੀ ਲੈ ਕੇ ਜਾਂਦੇ ਆ। ਉਹ ਜਿਹੜੀ ਖੇਤਾਂ ਦੇ ਵਿੱਚ ਲਿਜਾਈ ਜਾਣ ਵਾਲੀ ਰੋਟੀ ਆ ਉਸ ਨੂੰ ਪੱਤਾ ਆਖਿਆ ਜਾਂਦਾ ਆ, ਕਿ ਜਿਹੜਾ ਆ ਖੇਤਾਂ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਜਿਹੜਾ ਵੀ ਜੀ ਗਿਆ ਆ, ਜਿਹੜਾ ਕਿ ਹੱਡ ਪੰਨਵੀਂ ਮਿਹਨਤ ਕਰ ਰਿਹਾ ਆ, ਉਹਦੇ ਲਈ ਜਿਹੜਾ ਆ ਰੋਟੀ ਦੀ ਜਿਹੜੀ ਆ ਖੇਤਾਂ ਦੇ ਵਿੱਚ ਲਿਜਾਣ ਦੀ ਜਿਹੜੀ ਰਸਮ ਆ ਜਾਂ ਰੀਤ ਆ, ਜਾਂ ਜਿਹੜਾ ਵੀ ਰੋਟੀ ਲਿਜਾਈ ਜਾਂਦੀ ਆ ਉਸ ਨੂੰ ਪੱਤਾ ਕਹਿੰਦੇ ਆ। ਸੋ ਇਹ ਕਹਾਣੀ ਜਿਹੜੀ ਆ ਦੋ ਚੀਜ਼ਾਂ ਨੂੰ ਸਾਡੇ ਸਾਹਮਣੇ ਬਿਆਨ ਕਰਦੀ ਹੈ। ਇੱਕ ਤਾਂ ਕਿਸਾਨੀ ਜੀਵਨ ਨੂੰ, ਔਰ ਕਿਸਾਨੀ ਜੀਵਨ ਦੇ ਵਿੱਚ ਕਿਸ ਤਰ੍ਹਾਂ ਕਿਸਾਨਾਂ ਦੀਆਂ ਬਹੁਤ ਸਾਰੀਆਂ ਇੱਛਾਵਾਂ ਜਿਹੜੀਆਂ ਆ ਅਧੂਰੀਆਂ ਰਹਿ ਜਾਂਦੀਆਂ, ਕਿਵੇਂ ਜਿਹੜਾ ਆ ਉਹਨਾਂ ਨੂੰ ਆਪਣੇ ਦਿਲ ਨੂੰ ਮਾਰਨਾ ਪੈਂਦਾ ਆ, ਉਹ ਚੀਜ਼ ਸਾਡੇ ਸਾਹਮਣੇ ਪੇਸ਼ ਕੀਤੀ ਹੈ। ਔਰ ਦੂਸਰਾ ਜਿਹੜਾ ਆ ਇਹਦੇ ਇੱਕ ਛੋਟੀ ਜਿਹੀ ਕੁੜੀ ਜਿਹਦੇ ਉੱਪਰ ਕਹਿ ਲਓ ਕਿ ਜ਼ਿੰਮੇਵਾਰੀਆਂ ਆ, ਜਾਂ ਇਹ ਕਹਿ ਲਓ ਕਿ ਕਿਸ ਤਰ੍ਹਾਂ ਜਿਹੜੀ ਹੈ ਉਹ ਆਪਣੀ ਇੱਛਾਵਾਂ ਨੂੰ ਮਾਰ ਕੇ ਜਾਂ ਆਪਣੀ ਨਿੱਜੀ ਜ਼ਿੰਦਗੀ ਨੂੰ ਤਿਆਗ ਕੇ ਆਪਣੇ ਪਰਿਵਾਰ ਦੀ ਜਿਹੜੀ ਹੈ ਇੱਛਾ ਨੂੰ ਪੂਰੀ ਕਰਦੀ ਹੈ, ਉਹ ਚੀਜ਼ ਸਾਡੇ ਸਾਹਮਣੇ ਇਹਨਾਂ ਨੇ ਬਿਆਨ ਕੀਤੀ ਹੈ। ਸੋ ਕਹਾਣੀ ਸ਼ੁਰੂ ਕਰਦੇ ਹਾਂ। ਪੱਤਾ। ਖਬਰੇ ਤਾਂ ਰਾਤ ਦੇਰ ਤੱਕ ਨਾਮੋ ਗੁੱਡੀ ਦੇ ਸੂਟਾਂ ਦੇ ਫਿਕਰਾਂ ਦੇ ਵਿੱਚ ਪਈ ਰਹੀ। ਆਮ ਕਰਕੇ ਨਾ ਪੁਰਾਣੇ ਜ਼ਮਾਨੇ ਦੇ ਵਿੱਚ ਰੀਤ ਸੀ ਕਿ ਜਿਹੜਾ ਨਾ ਕੁੜੀਆਂ ਜਿਹੜੀਆਂ ਆ ਉਹ ਗੁੱਡੀਆਂ ਪਟੋਲੇ ਖੇਡਦੀਆਂ ਹੁੰਦੀਆਂ ਸੀ। ਪਟੋਲੇ ਕਹਿੰਦੇ ਆ ਗੁੱਡੀਆਂ ਦੇ ਕੱਪੜਿਆਂ ਨੂੰ। ਠੀਕ ਹੈ। ਸੋ ਕੀ ਕਰਦੀਆਂ ਸੀ ਕੁੜੀਆਂ, ਆਪਣੀਆਂ ਸਹੇਲੀਆਂ ਦੇ ਨਾਲ ਮਿਲ ਕੇ ਗੁੱਡੀਆਂ ਪਟੋਲੇ ਖੇਡਦੀਆਂ ਸੀ ਅਤੇ ਖੁਦ ਜਿਹੜੀਆਂ ਹੈ ਨਾ ਆਪਣੇ ਗੁੱਡੀ ਦੇ ਲਈ ਕੱਪੜੇ ਸੀਂਦੀਆਂ ਰਹਿੰਦੀਆਂ ਸੀ। ਫਿਰ ਉਹਦਾ ਜਿਹੜਾ ਆ ਗੁੱਡੀ ਉਹਦੀ ਵੱਡੀ ਹੋ ਗਈ, ਉਹਦਾ ਵਿਆਹ ਕੀਤਾ, ਬਰਾਤ ਆਈ। ਇਹ ਆਮ ਕਰਕੇ ਜਿਹੜੀਆਂ ਆ ਕੁੜੀਆਂ ਦੀਆਂ ਖੇਡਾਂ ਸੀ। ਸੋ ਇਹਦੇ ਵਿੱਚ ਵੀ ਜਿਹੜਾ ਆ ਕੀ ਕਿਹਾ ਗਿਆ ਹੈ ਕਿ ਖਬਰੇ ਤਾਂ ਰਾਤ ਦੇਰ ਤੱਕ ਨਾਮੋ ਗੁੱਡੀ ਦੇ ਸੂਟਾਂ ਦੇ ਫਿਕਰਾਂ ਦੇ ਵਿੱਚ ਪਈ ਰਹੀ, ਕਿ ਸ਼ਾਇਦ ਜਿਹੜੀ ਹੈ ਨਾਮੋ ਉਹ ਰਾਤ ਨੂੰ ਦੇਰ ਰਾਤ ਤੱਕ ਜਾ ਕੇ ਆਪਣੀ ਗੁੱਡੀ ਦੇ ਜਿਹੜੇ ਸੂਟ ਸੀ ਨਾ ਉਹਦੀ ਚਿੰਤਾ ਦੇ ਵਿੱਚ ਪਈ ਰਹੀ। ਇਸ ਕਰਕੇ ਜਿਹੜਾ ਆ ਉਹ ਸਵੇਰੇ ਦੇਰ ਤੱਕ ਸੁੱਤੀ ਰਹੀ, ਛੇਤੀ ਨਹੀਂ ਉੱਠੀ। ਸ਼ਾਇਦ ਕਹਿਣ ਤੋਂ ਕੀ ਭਾਵ ਹੈ ਕਿ ਉਹ ਰਾਤੀ ਆਪਣੇ ਗੁੱਡੀ ਦੇ ਕੱਪੜੇ ਜਿਹੜੀ ਸੀ ਉਹ ਸੀਂਦੀ ਰਹੀ, ਉਹਦਾ ਫਿਕਰ ਕਰਦੀ ਰਹੀ, ਇਸ ਕਰਕੇ ਉਹ ਲੇਟ ਸੁੱਤੀ। ਦੂਸਰਾ, ਖਬਰੇ ਠੰਡੀ ਠੰਡੀ ਪੱਛੋਂ ਦੀ ਹਵਾ ਦੇ ਕਾਰਨ, ਜਾਂ ਕੀ ਹੋਇਆ ਕਿ ਜਦੋਂ ਤੜਕਸਾਰ ਥੋੜ੍ਹਾ ਜਿਹਾ ਮੌਸਮ ਠੰਡਾ ਹੋਇਆ, ਪੱਛਮ ਵੱਲੋਂ ਠੰਡੀ ਠੰਡੀ ਜਿਹੜੀ ਸੀ ਹਵਾ ਚੱਲਣੀ ਸ਼ੁਰੂ ਹੋਈ, ਤਾਂ ਉਹ ਠੱਕੇ ਦੇ ਕਾਰਨ, ਹਵਾ ਦਾ ਜਿਹੜਾ ਬੁੱਲਾ ਸੀ, ਠੱਕਾ ਸੀ, ਉਹਦੇ ਕਾਰਨ ਉਹਦੀ ਅੱਖ ਲੱਗ ਗਈ, ਜਿਸ ਕਰਕੇ ਸਵੇਰੇ ਉਹ ਛੇਤੀ ਨਾ ਉੱਠ ਸਕੇ। ਜਾਂ ਕੋਈ ਹੋਰ ਸਬਬ ਮਤਲਬ ਕਾਰਨ, ਕਿ ਜਾਂ ਕੋਈ ਹੋਰ ਕਾਰਨ ਜਿਹੜਾ ਸੀ ਹੋਇਆ। ਦੂਜੇ ਦਿਨ ਉਹਨੇ ਤੜਕੇ ਸੂਰਜ ਚੜ੍ਹੇ ਤੱਕ ਮੰਜਿਓ ਨਾ ਉੱਠੀ। ਕਹਿੰਦੇ ਕਿ ਕੀ ਹੋਇਆ ਕਿ ਅਗਲੇ ਦਿਨ ਨਾਮੋ ਜਿਹੜੀ ਕਿ ਰੋਜ਼ ਸਵੇਰੇ ਤੜਕੇ ਉੱਠ ਜਾਂਦੀ ਸੀ, ਆਪਣੇ ਭਰਾ ਅਤੇ ਪਿਓ ਦੇ ਲਈ ਪੱਤਾ ਲੈ ਕੇ ਜਾਂਦੀ ਸੀ। ਅੱਜ ਪਤਾ ਨਹੀਂ ਕੀ ਹੋਇਆ ਕਿ ਸੂਰਜ ਚੜ੍ਹ ਗਿਆ ਸੀ, ਦਿਨ ਚੜ੍ਹ ਗਿਆ ਸੀ, ਪਰ ਨਾਮੋ ਆਪਣੇ ਮੰਜੇ ਤੋਂ ਨਹੀਂ ਉੱਠੀ। ਮਾਂ ਉਸਦੀ ਕੁਝ ਕਰਾਰੇ ਸੁਭਾਅ ਦੀ ਹੁੰਦੀ, ਗੁੱਸੇ ਵਾਲੀ, ਕਿ ਉਹਦੀ ਮਾਂ ਜਿਹੜੀ ਸੀ ਗੁੱਸੇਖੋਰ ਸੀ, ਗੁੱਸਾ ਕਰਦੀ ਸੀ, ਡਾਢੇ ਸੁਭਾਅ ਦੀ ਸੀ। ਉਸਨੇ ਤਾਂ ਆਵਾਜ਼ਾਂ ਮਾਰ ਛੱਤ ਪਾੜਨੀ ਲਈ ਹੋਈ ਸੀ, ਕਿ ਉਹਨੇ ਨਾਮੋ ਨੂੰ ਜਿਹੜੀ ਆ ਉਠਾਉਣ ਦੇ ਲਈ ਆਵਾਜ਼ਾਂ ਮਾਰ ਕੇ ਆਪਣੀ ਜਿਹੜੀ ਆ ਛੱਤ ਪਾੜ ਦਿੱਤੀ ਸੀ। ਕਹਿਣ ਤੋਂ ਕੀ ਭਾਵ ਸੀ ਕਿ ਮਾਂ ਜਿਹੜੀ ਸੀ ਉਹ ਲਗਾਤਾਰ ਨਾਮੋ ਨੂੰ ਜਗਾ ਰਹੀ ਸੀ, ਸਵੇਰੇ ਉਠਾ ਰਹੀ ਸੀ, ਪਰ ਨਾਮੋ ਜਿਹੜੀ ਹੈ ਪਤਾ ਨਹੀਂ ਕਿਸ ਕਾਰਨ ਕਿ ਆਪਣੇ ਗੁੱਡੀ ਦੇ ਸੂਟਾਂ ਦੇ ਫਿਕਰਾਂ ਵਿੱਚ ਪਈ ਰਹੀ, ਜਾਂ ਪੱਛੋਂ ਦੀ ਠੰਡੀ ਠੰਡੀ ਹਵਾ ਕਰਕੇ ਉਹਦੀ ਅੱਖ ਲੱਗ ਗਈ, ਜਾਂ ਕੀ ਕਾਰਨ ਹੋਇਆ ਕਿ ਨਾਮੋ ਜਿਹੜੀ ਸੀ ਸਵੇਰੇ ਤੜਕੇ ਨਾ ਉੱਠ ਸਕੀ। ਨੀ ਰੰਡੀਏ, ਹੋਰ ਤੇਰੇ ਹੁਣ ਬੰਦ ਬੰਧਨੇ ਨੇ,
12 ਵਰਿਆਂ ਦੀ ਹੋ ਗਈ ਬੁੱਧ ਬਲੇਡ ਹੁੰਦਾ ਵੱਡੀ ਉਮਰ ਦੀ। ਆਮ ਕਰਕੇ ਨਾ ਪੁਰਾਣੀਆਂ ਜਨਾਨੀਆਂ ਦਾ ਤਕੀਆ ਕਲਾਮ ਸੀ ਕਿ ਜਦੋਂ ਵੀ ਉਹ ਆਵਾਜ਼ ਮਾਰਦੀਆਂ ਸੀ ਨਾ ਤਾਂ ਇਹ ਗਾਲਾਂ ਜਿਹੜੀਆਂ ਆ ਉਹਨਾਂ ਦੀ ਜ਼ੁਬਾਨ ਦਾ ਹਿੱਸਾ ਸੀ, ਉਹਨਾਂ ਦਾ ਤਕੀਆ ਕਲਾਮ ਸੀ ਕਿ ਬਿਨਾਂ ਗਾਲਾਂ ਤੋਂ ਗੱਲ ਨਹੀਂ ਸੀ ਕਰਦੀਆਂ। ਸੋ ਇਹਦੇ ਵਿੱਚ ਵੀ ਜਿਹੜੀ ਨੰਮ ਦੀ ਮਾਂ ਹੈ ਨਾ ਉਹਨੂੰ ਗਾਲਾਂ ਕੱਢਦੀ ਹੋਈ, ਸੰਬੋਧਨ ਕਰਦੀ ਹੋਈ ਉਠਾਉਂਦੀ ਹੈ, ਨੀ ਰੰਡੀਏ ਹੋਰ ਤੇਰੇ ਹੁਣ ਬੰਦ ਬਦਨੇ ਨੇ, ਕਿ ਹੁਣ ਤੇਰੇ ਜਿਹੜੇ ਆ ਹੋਰ ਕੀ ਸਾਕ ਰਲਣੇ ਨੇ, ਕਿਹੜੇ ਰਿਸ਼ਤੇ ਬਣਨੇ ਨੇ, ਹੁਣ ਤੂੰ ਜਿਹੜੀ ਆ ਸੁੱਖ ਨਾਲ ਸਿਆਣੀ ਹੋ ਜਾ। 12 ਵਰਿਆਂ ਦੀ ਹੋ ਗਈ ਆ ਬੁੱਧ ਬਲੇਡ, ਵੱਡੀ ਉਮਰ ਦੀ ਹੋ ਗਈ। 12 ਵਰਿਆਂ ਦਾ ਜਿਹੜਾ ਬੱਚਾ ਆ ਉਹ ਸਮਝਦਾਰ ਹੋ ਜਾਂਦਾ ਆ, ਹੁਣ ਥਾਈ ਸੁੱਤੀ ਪਈਆਂ। ਪਰ ਜਿਹੜੀ ਆ ਨਾਮੋ ਇੰਨਾ ਦਿਨ ਚੜ੍ਹਨ ਦੇ ਬਾਵਜੂਦ, ਸੂਰਜ ਚੜ੍ਹਨ ਦੇ ਬਾਵਜੂਦ ਵੀ ਸੁੱਤੀ ਪਈ ਹੈ, ਹਜੇ ਤੱਕ ਉੱਠੀ ਨਹੀਂ ਆ। ਮੈਂ ਵੀ ਜਗਾਉਂਦੀ ਨਹੀਂ, ਅੱਜ ਰੋਟੀ ਤੈਂ ਲਿਜਾਣੀ ਹੈ। ਸੋ ਅੱਗੋਂ ਜਿਹੜੀ ਮਾਂ ਉਹਦੇ ਕਰਾਰੇ ਸੁਭਾਅ ਦੀ ਹੈ, ਉਹ ਉਹਨੂੰ ਕੀ ਕਹਿੰਦੀ ਹੈ ਗੁੱਸੇ ਦੇ ਵਿੱਚ ਕਿ ਮੈਂ ਹੁਣ ਤੈਨੂੰ ਜਗਾਉਣਾ ਨਹੀਂ, ਭਾਵੇਂ ਜੋ ਮਰਜ਼ੀ ਹੋ ਜਾਵੇ, ਖੇਤਾਂ ਦੇ ਵਿੱਚ ਰੋਟੀ ਨਾਮੋ ਨੇ ਹੀ ਲੈ ਕੇ ਜਾਣੀ ਹੈ। ਆਪੇ ਜਦੋਂ ਜੀ ਕਰੂ ਲੈ ਜੀ, ਉੱਥੇ ਤੇਰਾ ਪਤੰਤਰ ਹੀ ਤੈਨੂੰ ਸਮਾਰੂ। ਪਤੰਤਰ ਕਹਿੰਦੇ ਕੋਈ ਡਾਢਾ ਬੰਦਾ ਹੋਵੇ ਜਿਹੜਾ, ਸਮਾਰੂ ਮਤਲਬ ਸਮਝਾਓ। ਹੁਣ ਜਿਹੜੀ ਉਹਦੀ ਮਾਂ, ਜਦੋਂ ਉਹਦੀ ਮਾਂ ਨੂੰ ਇਹ ਲੱਗਦਾ ਆ ਕਿ ਨਾਮੋ ਜਿਹੜੀ ਆ ਉਹਦੀ ਗੱਲ ਨਹੀਂ ਸੁਣਦੀ ਪਈ, ਨਹੀਂ ਸਮਝਦੀ ਪਈ, ਉਹਦੇ ਉੱਠਿਆਂ 'ਤੇ ਨਹੀਂ ਉੱਠਦੀ ਪਈ, ਤਾਂ ਉਹਨੂੰ ਡਰਾਉਂਦੀ ਆ ਕਿ ਜਦੋਂ ਤੇਰਾ ਜੀ ਕਰੂਗਾ ਤੂੰ ਹੀ ਰੋਟੀ ਲੈ ਕੇ ਜਾਣੀ ਆ, ਕਿਉਂਕਿ ਹੁਣ ਤੂੰ ਜਿਹੜੀ ਆਪਣੀ ਮਾਂ ਦੀ ਗੱਲ ਤਾਂ ਸੁਣਦੀ ਨਹੀਂ, ਹੁਣ ਤੈਨੂੰ ਕੋਈ ਡਾਢਾ ਜਿਹੜਾ ਬੰਦਾ ਹੈ ਨਾ, ਚੁਸਤ ਬੰਦਾ ਹੈ, ਉਹੀ ਤੈਨੂੰ ਸਮਝਾ ਸਕਦਾ ਆ, ਉਹਦੀ ਗੱਲ ਤਾਂ ਉਹ ਸੁਣਨ ਨੂੰ ਤਿਆਰ ਨਹੀਂ। ਜੇ ਨਾਮੋ ਬਿਮਾਰ ਵੀ ਹੁੰਦੀ ਤਾਂ ਮਾਂ ਦੇ ਇਸ ਨਾ ਜਗਾਉਣ 'ਤੇ ਉਹ ਉੱਠ ਬਹਿੰਦੀ। ਸੋ ਇੱਥੇ ਜਿਹੜੀ ਆ ਨਾਮੋ ਕਿਸ ਤਰ੍ਹਾਂ ਕਹਿ ਲਓ ਜ਼ਿੰਮੇਵਾਰੀਆਂ ਨੂੰ ਸਮਝਦੀ ਆ, ਇੱਕ ਰਿਸਪੌਂਸੀਬਲ ਧੀ ਆ ਕਿ ਜੇਕਰ ਉਹਦੀ ਮਾਂ ਉਹਨੂੰ ਸਵੇਰੇ ਨਾ ਵੀ ਜਗਾਉਂਦੀ ਸੀ ਨਾ, ਤਾਂ ਨਾਮੋ ਆਪ ਹੀ ਭਾਵੇਂ ਬਿਮਾਰ ਵੀ ਹੁੰਦੀ, ਨਾ ਵੀ ਠੀਕ ਹੁੰਦੀ, ਆਪਣੀ ਜ਼ਿੰਮੇਵਾਰੀ ਸਮਝ ਕੇ ਕਿ ਉਹਨੇ ਖੇਤਾਂ ਦੇ ਵਿੱਚ ਭੱਤਾ ਲੈ ਕੇ ਜਾਣਾ ਆ, ਆਪ ਹੀ ਉੱਠ ਕੇ ਬਹਿ ਜਾਂਦੀ ਸੀ। ਝਟਪਟ ਬਿਛੋਣਾ ਕਹਿੰਦੇ ਬਿਸਤਰੇ ਨੂੰ। ਸੋ ਝਟਪਟ ਵਿਛੋਣਾ ਤੇ ਉਤਲਾ ਖੇਸ ਲਪੇਟ। ਉਹ ਕੀ ਕਰਦੀ ਸੀ ਕਿ ਉਹਨੂੰ ਪਤਾ ਸੀ ਕਿ ਖੇਤਾਂ ਵਿੱਚ ਰੋਟੀ ਉਹਨੇ ਹੀ ਲੈ ਕੇ ਜਾਣੀ ਹੈ, ਇਸ ਕਰਕੇ ਉਹ ਛੇਤੀ ਝਟਪਟ ਮਤਲਬ ਛੇਤੀ ਆਪਣਾ ਬਿਸਤਰਾ ਇਕੱਠਾ ਕਰਦੀ, ਜਿਹੜਾ ਉਹਨੇ ਉੱਪਰ ਲਿਆ ਹੋਇਆ ਸੀ ਖੇਸ ਉਹਨੂੰ ਵੀ ਤੈਅ ਲਾਉਂਦੀ ਤੇ ਮੋਢੇ 'ਤੇ ਰੱਖ ਕੇ ਉਹ ਜਿਹੜੀ ਸੀ ਹੇਠਾਂ ਉਤਰ ਆਉਂਦੀ। ਕਿਸ ਕਰਕੇ? ਕਿਉਂਕਿ ਉਹਨੇ ਖੇਤਾਂ ਦੇ ਵਿੱਚ ਆਪਣੇ ਪਿਓ ਤੇ ਭਰਾ ਦੇ ਲਈ ਪੱਤਾ ਲੈ ਕੇ ਜਾਣਾ ਹੁੰਦਾ ਸੀ। ਪਾਣੀ ਦਾ ਗਿਲਾਸ ਭਰ ਕੇ ਮੂੰਹ ਧੋਤਾ, ਆਲੇ ਵਿੱਚੋਂ ਆਪਣੀ ਰੋਟੀ ਦਹੀਂ ਦਾ ਕੌਲ ਕੱਢ ਕੇ ਖਾਣੀ ਸ਼ੁਰੂ ਕਰ ਦਿੱਤੀ। ਸੋ ਨਾਮੋ ਨੇ ਜਿਹੜੀ ਆ ਖੇਤਾਂ ਦੇ ਵਿੱਚ ਪੱਤਾ ਲੈ ਕੇ ਜਾਣਾ ਸੀ, ਇਸ ਕਰਕੇ ਸਭ ਤੋਂ ਪਹਿਲਾਂ ਉਹਨੇ ਉੱਠ ਕੇ ਆਪਣਾ ਮੂੰਹ ਧੋਤਾ ਤੇ ਫਿਰ ਜਿਹੜੀ ਉਹਦੀ ਮਾਂ ਨੇ ਉਹਦੇ ਲਈ ਰੋਟੀ ਬਣਾ ਕੇ ਰੱਖੀ ਸੀ ਆਲੇ ਦੇ ਵਿੱਚ। ਅੱਗੇ ਲੋਕੀ ਕੀ ਕਰਦੇ ਸੀ ਕਿ ਇੱਕ ਛੋਟਾ ਜਿਹਾ, ਜਿਸ ਤਰ੍ਹਾਂ ਕਹਿ ਲਓ ਕਿ ਦੀਵਾਰ ਦੇ ਵਿੱਚ ਹੀ ਇਸ ਛੋਟੀ ਜਿਹੀ ਜਿਹੜੀ ਆ ਉਹ ਅਲਮਾਰੀ ਟਾਈਪ ਜਿਹੜਾ ਇੱਕ ਮੋਹਰਾ ਜਿਹਾ ਰੱਖਿਆ ਜਾਂਦਾ ਸੀ, ਜਿਹਦੇ ਅੱਗੇ ਜਾਲੀ ਲਗਾ ਦਿੱਤੀ ਜਾਂਦੀ ਸੀ। ਇਹ ਆਲਾ ਜਿਹੜਾ ਆ ਇਸ ਚੀਜ਼ ਦਾ ਕੰਮ ਕਰਦਾ ਸੀ ਕਿ ਜੇ ਕੋਈ ਵੀ ਖਾਣ ਵਾਲੀ ਚੀਜ਼ ਬਣਾ ਕੇ ਰੱਖੀ ਆ ਤਾਂ ਉਹ ਮੱਖੀ ਮੱਛਰ ਤੋਂ ਬਚੀ ਰਵੇ, ਵੀ ਕੋਈ ਵੀ ਜੇਕਰ ਚੀਜ਼ ਉੱਚ ਰੱਖੀ ਆ ਤੇ ਮੱਖੀ ਮੱਛਰ ਨਾ ਪਵੇ। ਤੇ ਦੂਸਰਾ ਇਸ ਕਰਕੇ ਜਿਹੜੀ ਆ ਕਿ ਉੱਥੇ ਜਾਲੀ ਦੇ ਰਸਤੋਂ ਜਿਹੜੀ ਆ ਖਾਣੇ ਨੂੰ ਹਵਾ ਲੱਗਦੀ ਰਵੇ ਤਾਂ ਕਿ ਖਾਣਾ ਜਿਹੜਾ ਆ ਖਰਾਬ ਨਾ ਹੋਵੇ। ਸੋ ਇਸ ਤਰ੍ਹਾਂ ਜਿਹੜਾ ਆ ਉਹ ਆਲਾ ਬਣਾਇਆ ਜਾਂਦਾ ਸੀ। ਜਿਹੜੀ ਨਾਮੋ ਹੈ ਉਹ ਆਲੇ ਵਿੱਚ ਰੱਖੀ ਆਪਣੀ ਰੋਟੀ ਦਹੀਂ ਜਿਹੜੀ ਆ ਉਹ ਕੱਢ ਕੇ ਖਾ ਲੈਂਦੀ ਹੈ। ਉਧਰ ਮਾਂ ਆਪਣਾ ਨਾਂ ਜਗਾਉਣ ਦਾ ਪਰਨ ਪਾਲਦੀ ਰਹੀ। ਪਰਨ ਪਾਲਣਾ ਹੁੰਦਾ ਜ਼ਿੱਦ ਪਕਾਉਣੀ, ਕਿ ਮਾਂ ਜਿਹੜਾ ਸੀ ਉਹ ਆਪਣੀ ਜ਼ਿੱਦ ਪਕਾ ਰਹੀ ਸੀ ਕਿ ਉਹਨੇ ਹੁਣ ਨਾਮੋ ਨੂੰ ਸੁੱਤੀ ਨੂੰ ਜਗਾਉਣਾ ਨਹੀਂ ਹੈ। ਤੇ ਨਾਮੋ ਦੇ ਖਸਮਾਂ ਤੇ ਭਰਾਵਾਂ ਨੂੰ ਪਿੱਟਦੀ ਰਹਿੰਦੀ ਕਿ ਨਾਮੋ ਜਿਹੜੀ ਉਹਦੇ ਖਸਮ ਵੈਸੇ ਪਤੀ ਨੂੰ ਕਹਿੰਦੇ ਆ। ਬੇਸ਼ੱਕ ਜਿਹੜੀ ਨਾਮੋ ਹੈ ਛੋਟੀ ਉਮਰ ਦੀ ਸੀ, ਪਰ ਆਮ ਕਰਕੇ ਜਿਹੜੀਆਂ ਬੁੱਢੀਆਂ ਹੈ ਨਾ ਉਹਨਾਂ ਨੂੰ ਗਾਲਾਂ ਕੱਢਣ ਦੀ ਆਦਤ ਹੁੰਦੀ ਆ, ਇਸ ਕਰਕੇ ਹਮੇਸ਼ਾ ਉਹਦੀ ਜਿਹੜੀ ਮਾਂ ਸੀ ਉਹ ਨਾਮੋ ਦੇ ਪਤੀ ਨੂੰ ਤੇ ਭਰਾਵਾਂ ਨੂੰ ਕੋਸਦੀ ਰਹਿੰਦੀ ਸੀ ਕਿ ਉਹਦੇ ਉੱਪਰ ਜਿਹੜਾ ਆ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਦਾ ਬੋਝ ਆ। ਗਵਾਂਢੋ ਪੀਤੋ ਦੀ ਮਾਂ ਨੇ ਵੀ ਆਵਾਜ਼ ਮਾਰੀ, ਨਾਮੋ ਕੁੜੇ ਧੀਏ ਸਾਡੀ ਪੀਤੋ ਨੂੰ ਵੀ ਰੋਟੀ ਦੇਣ ਲਈ ਨਾਲ ਲੈ ਜਾਈ। ਸੋ ਜਿਹੜੀ ਹੈ ਨਾਮੋ ਦੀ ਸਹੇਲੀ ਪੀਤੋ, ਜਿਹੜੀ ਉਹਦੀ ਸਹੇਲੀ ਵੀ ਸੀ ਤੇ ਨਾਲ ਉਹਦੀ ਗਵਾਂਢਣ ਵੀ ਸੀ, ਉਹਦੀ ਮਾਂ ਨੇ ਉਹਨੂੰ ਕੀ ਕਿਹਾ ਕਿ ਅੱਜ ਖੇਤਾਂ ਦੇ ਵਿੱਚ ਭੱਤਾ ਦੇਣ ਦੇ ਸਮੇਂ ਉਹ ਪੀਤੋ ਨੂੰ ਵੀ ਨਾਲ ਲੈ ਕੇ ਜਾਵੇ। ਨਾਮੋ ਨੇ ਛੇਤੀ ਹਾਜ਼ਰੀ ਖਤਮ ਕਰ ਲਈ ਤੇ ਆਲੇ ਵਿੱਚ ਮੁੜ ਝਾਤੀ ਮਾਰੀ। ਹਾਜ਼ਰੀ ਮਤਲਬ ਆਪਣੀ ਰੋਟੀ ਜਿਹੜੀ ਸੀ ਉਹਨੇ ਫਟਾਫਟ ਮੁਕਾਈ, ਕਿਉਂਕਿ ਪਹਿਲਾਂ ਹੀ ਦੇਰ ਹੋ ਗਈ ਸੀ। ਤੇ ਫਿਰ ਉਹਨੇ ਜਿਹੜੀ ਸੀ ਆਲੇ ਦੇ ਵਿੱਚ ਝਾਤੀ ਮਾਰੀ ਤਾਂ ਕਿ ਜਿਹੜਾ ਉਹਦੀ ਮਾਂ ਨੇ ਭੱਤਾ ਪਕਾ ਕੇ ਰੱਖਿਆ ਉਹਦੇ ਪਿਓ ਤੇ ਭਰਾ ਦੇ ਲਈ, ਉਹ ਲੈ ਕੇ ਉਹ ਖੇਤਾਂ ਨੂੰ ਜਾਵੇ। ਮਾਂ ਨੇ ਰੋਟੀਆਂ ਦਹੀਂ ਤੇ ਗੱਠੇ ਕਹਿੰਦੇ ਆ ਗੰਢਿਆਂ ਨੂੰ, ਪਿਆਜ਼ਾਂ ਨੂੰ
ਪੌਣੇ ਵਿੱਚ ਬੰਨ ਲੱਸੀ ਦੇ ਚੱਕਰੇ ਤੇ ਰੱਖਦੇ ਸੀ। ਚੱਕਰੇ ਕਹਿੰਦੇ ਜਿਹੜਾ ਕਿ ਲੱਸੀ ਦਾ ਜਿਹੜਾ ਘੜਾ ਹੁੰਦਾ ਉਹਦੇ ਥੱਲੇ ਇੱਕ ਤਰ੍ਹਾਂ ਦਾ ਗੋਲ ਸਟੈਂਡ ਬਣਾਇਆ ਜਾਂਦਾ ਜਿਹਦੇ ਉੱਪਰ ਘੜਾ ਜਿਹੜਾ ਆ ਟਿਕਿਆ ਰਹਿੰਦਾ ਆ, ਉਹਨੂੰ ਕਹਿੰਦੇ ਚੱਕਰਾ। ਆਮ ਕਰਕੇ ਇਹ ਜਿਹੜਾ ਆ ਦੋ ਚੀਜ਼ਾਂ ਦੇ ਕੰਮ ਆਉਂਦਾ ਆ। ਇਹ ਆਮ ਕਰਕੇ ਜਿਹੜੀਆਂ ਔਰਤਾਂ ਸਿਰ ਦੇ ਉੱਪਰ ਘੜਾ ਚੱਕਦੀਆਂ ਸੀ ਨਾ, ਉਹ ਆਪਣੇ ਸਿਰ ਦੇ ਉੱਪਰ ਵੀ ਉਹ ਚੱਕਰਾ ਜਿਹਾ ਰੱਖਦੀਆਂ ਸੀ ਤਾਂ ਕਿ ਉਹਦੇ ਉੱਪਰ ਘੜਾ ਟਿਕਿਆ ਰਵੇ। ਔਰ ਜਦੋਂ ਜ਼ਮੀਨ 'ਤੇ ਵੀ ਰੱਖਿਆ ਜਾਂਦਾ ਆ ਤਾਂ ਉਹਦੇ ਥੱਲੇ ਘੜੇ ਦਾ ਜਿਹੜਾ ਹੈ ਬੈਲੈਂਸ ਬਣਾਉਣ ਦੇ ਲਈ ਇੱਕ ਗੋਲ ਜਿਹਾ ਚੱਕਰਾ ਬਣਾਇਆ ਜਾਂਦਾ ਆ। ਸੋ ਨਾਮੋ ਦੀ ਮਾਂ ਨੇ ਵੀ ਜਿਹੜਾ ਆ ਖੇਤਾਂ ਦੇ ਵਿੱਚ ਲਿਜਾਣ ਦੇ ਲਈ ਰੋਟੀ, ਦਹੀਂ, ਪਿਆਜ਼ ਤੇ ਨਾਲ ਜਿਹੜਾ ਹੈ ਲੱਸੀ ਦਾ ਛੰਨਾ ਬੰਨ੍ਹ ਕੇ ਰੱਖਿਆ ਹੋਇਆ ਸੀ। ਨਾਮੋ ਨੇ ਉਹ ਚੁੱਕ ਕੇ ਚੁੱਪਚਾਪ ਕੀਤੀ ਘਰੋਂ ਨਿਕਲ ਤੁਰੀ। ਰਾਹ ਵਿੱਚ ਪੀਤੋ ਨੂੰ ਵੀ ਆਵਾਜ਼ ਮਾਰ ਲਈ ਤੇ ਦੋਵੇਂ ਸਹੇਲੀਆਂ ਖੇਤਾਂ ਦੇ ਵਿੱਚ ਰੋਟੀ ਦੇਣ ਦੇ ਲਈ ਚੱਲ ਪਈਆਂ। ਸੋ ਖੇਤਾਂ ਦੇ ਵਿੱਚ ਰੋਟੀ ਜਿਹੜੀ ਆ ਨਾਮੋ ਤੇ ਪੀਤੋ ਲੈ ਕੇ ਗਈਆਂ। ਉੱਧਰ ਹਰਨਾਮ ਸਿੰਘ ਖਾਲਰ ਖਲਾਰ ਪਿੰਡ ਵੱਲ ਤੱਕ ਰਿਹਾ ਸੀ। ਖਾਲਰ ਖਲਾਰ ਮਤਲਬ ਖੜਾ ਕਰਕੇ, ਕਿ ਹਰਨਾਮ ਸਿੰਘ ਜਿਹੜਾ ਕਿ ਨਾਮੋ ਦਾ ਭਰਾ ਆ, ਉਹ ਆਪਣਾ ਹੱਲ ਖੜਾ ਕਰਕੇ ਪਿੰਡ ਵੱਲ ਤੱਕ ਰਿਹਾ ਸੀ, ਪਿੰਡ ਦੇ ਰਸਤੇ ਵੱਲ ਤੱਕ ਰਿਹਾ ਸੀ। ਕਿਉਂ ਤੱਕ ਰਿਹਾ ਸੀ? ਕਿਉਂਕਿ ਉਹਨੂੰ ਉਮੀਦ ਸੀ ਕਿ ਉਹਦੀ ਜਿਹੜੀ ਸੱਜ ਵਿਆਹੀ ਵਹੁਟੀ ਹੈ ਉਹ ਖੇਤਾਂ ਦੇ ਵਿੱਚ ਉਹਦੇ ਲਈ ਪੱਤਾ ਲੈ ਕੇ ਆਏਗੀ। ਤੇ ਇਹ ਵੀ ਡਰ ਹੈ ਕਿ ਨਾਲ ਦੇ ਹਾਲੀ ਬਾਪੂ ਨੂੰ ਪਤਾ ਨਾ ਲੱਗ ਜਾਏ ਕਿ ਪਿਛਲਾ ਹੱਲ ਖੜ ਗਿਆ ਹੈ। ਤੇ ਨਾਲ ਹੀ ਕਹਿੰਦੇ ਕਿ ਉਹਨੂੰ ਡਰ ਵੀ ਮਾਰਦਾ ਸੀ ਕਿ ਉਹਦਾ ਬਾਪੂ ਜਿਹੜਾ ਆ ਉਹ ਇਹ ਨਾ ਦੇਖ ਲਵੇ ਕਿ ਜਿਹੜਾ ਹੱਲ ਆ ਉਹਨਾਂ ਦਾ ਉਹ ਖੜਾ ਹੋ ਗਿਆ ਆ, ਮਤਲਬ ਖੇਤਾਂ ਦੇ ਵਿੱਚ ਕੰਮ ਨਹੀਂ ਹੋ ਰਿਹਾ। ਇਸ ਡਰ ਤੋਂ ਜਿਹੜਾ ਆ ਉਹ ਵਿਚਾਰਾ ਕਦੀ ਰੁਕਦਾ ਸੀ, ਹੱਲ ਰੋਕਦਾ ਸੀ, ਰਸਤੇ ਵੱਲ ਨੂੰ ਦੇਖਦਾ ਸੀ ਤੇ ਫਿਰ ਖੇਤਾਂ ਦੇ ਵਿੱਚ ਹੱਲ ਚਲਾਉਣ ਲੱਗ ਪੈਂਦਾ ਸੀ। ਹਰਨਾਮ ਸਿੰਘ ਦੀ ਨਜ਼ਰ ਥੱਕ ਚੁੱਕੀ ਸੀ ਕਿ ਝਟਪਟ ਕਮਾਦ ਦੇ ਓਲਿਓ, ਕਮਾਦ ਕਹਿੰਦੇ ਆ ਗੰਨੇ ਦਾ ਖੇਤ, ਓਲਿਓ ਮਤਲਬ ਇੱਕ ਪਾਸੇ ਜਦੋਂ ਕੋਈ ਬੰਦਾ ਲੁਕ ਕੇ ਖੜਾ ਹੋ ਜਾਵੇ। ਸੋ ਅਖੀਰ ਕੀ ਹੋਇਆ, ਜਦੋਂ ਹਰਨਾਮ ਸਿੰਘ ਦੀ ਨਜ਼ਰ ਥੱਕ ਚੁੱਕੀ ਸੀ ਆਪਣੀ ਪਤਨੀ ਨੂੰ ਉਡੀਕ ਕੇ, ਤਾਂ ਅਖੀਰ ਉਹਨੇ ਕੀ ਦੇਖਿਆ ਕਿ ਗੰਨੇ ਦਾ ਜਿਹੜਾ ਖੇਤ ਹੈ ਨਾ ਉਹਦੇ ਓਲਿਓ ਜਦੋਂ ਲੁਕ ਕੇ ਦੇਖ ਰਿਹਾ ਸੀ ਤਾਂ ਉਹਨੇ ਕੀ ਦੇਖਿਆ ਕਿ ਇੱਕ ਲੰਬੀ ਲਚਕੋਰੇ ਖਾਂਦੀ ਹੁੰਦੀ ਹੈ, ਲੱਕ ਨੂੰ ਮਟਕਾਉਂਦੀ ਹੋਈ, ਲੱਕ ਮਾਰਦੀ ਹੋਈ, ਕਿ ਉਹਨੇ ਦੇਖਿਆ ਕਿ ਇੱਕ ਜਿਹੜੀ ਆ ਬਹੁਤ ਹੀ ਲੰਬੀ ਉੱਚੀ ਔਰਤ ਜਿਹੜੀ ਹੈ ਉਹ ਲੱਕ ਨੂੰ ਲਚਕਾਉਂਦੀ ਹੋਈ, ਮਟਕਾਉਂਦੀ ਹੋਈ, ਤੇੜ ਘਿਓ ਕਪੂਰੀ ਘੱਗਰਾ ਤੇ ਸਿਰ ਗੁਲਾਬੀ ਦੁਪੱਟਾ ਪੱਤਾ ਚੁੱਕੀ ਆਉਂਦੀ ਸੀ। ਸੋ ਉਹਨੇ ਕੀ ਦੇਖਿਆ ਕਿ ਅਖੀਰ ਜਿਹੜੀ ਸੀ ਇੱਕ ਸੱਜ ਵਿਆਹੀ ਵਹੁਟੀ ਸਿਰ ਦੇ ਉੱਪਰ ਗੁਲਾਬੀ ਦੁਪੱਟਾ ਲੈ ਕੇ ਸੱਜ ਧੱਜ ਕੇ ਖੇਤਾਂ ਦੇ ਵਿੱਚ ਪੱਤਾ ਲੈ ਕੇ ਤੁਰੀ ਆਉਂਦੀ ਸੀ। ਸੋ ਇੱਥੇ ਜਿਹੜੀ ਆ ਇੱਕ ਤਰ੍ਹਾਂ ਹਰਨਾਮ ਸਿੰਘ ਦੀ ਉਹਨੂੰ ਇਸ ਤਰ੍ਹਾਂ ਲੱਗਾ ਸੀ ਜਿਹੜੀ ਉਹਦੀ ਅੰਦਰੂਨੀ ਇੱਛਾ ਸੀ ਉਹ ਸ਼ਾਇਦ ਪੂਰੀ ਹੁੰਦੀ ਨਜ਼ਰ ਆ ਰਹੀ ਸੀ। ਉਹਨੇ ਦੂਰੋਂ ਦੇਖਿਆ, ਉਹਨੂੰ ਇੱਕ ਸੱਜ ਵਿਆਹੀ ਜਿਹੜੀ ਵਹੁਟੀ ਸੀ ਗੁਲਾਬੀ ਦੁਪੱਟਾ ਲੈ ਕੇ ਲੱਕ ਮਾਰਦੀ ਹੋਈ ਜਦੋਂ ਨਜ਼ਰ ਆਈ ਤਾਂ ਉਹਦੀ ਜਿਹੜੀ ਸੀ ਇੱਛਾ ਪੂਰੀ ਹੁੰਦੀ ਨਜ਼ਰ ਆਈ। ਉਹ ਮੇਰੀ ਰੋਟੀ ਆਉਂਦੀ ਹੈ। ਹਰਨਾਮ ਸਿੰਘ ਨੇ ਕੀ ਕਿਹਾ ਕਿ ਉਹਦੀ ਜਿਹੜੀ ਹੈ ਰੋਟੀ ਆਉਂਦੀ ਹੈ, ਭਾਵ ਉਹਦੀ ਜਿਹੜੀ ਪਤਨੀ ਹੈ ਜਿਹਦਾ ਕਿ ਹੁਣੇ ਹੀ ਵਿਆਹ ਹੋਇਆ ਆ, ਉਹਨੂੰ ਇਸ ਤਰ੍ਹਾਂ ਲੱਗਾ ਕਿ ਅੱਜ ਉਹਦੀ ਜਿਹੜੀ ਵਹੁਟੀ ਹੈ ਉਹ ਸੱਜ ਧੱਜ ਕੇ ਖੇਤਾਂ ਦੇ ਵਿੱਚ ਉਹਦੇ ਲਈ ਪੱਤਾ ਲੈ ਕੇ ਪਹੁੰਚ ਗਈ ਹੈ। ਦਿਲ ਗਦ ਹੋ ਗਿਆ, ਗਦ ਮਤਲਬ ਬਹੁਤ ਖੁਸ਼ ਹੋ ਗਿਆ। ਅਖੀਰ ਉਹਦਾ ਦਿਲ ਸੀ ਜਿਹੜਾ ਬਹੁਤ ਖੁਸ਼ ਹੋ ਗਿਆ। ਔਰ ਇਹ ਖੁਸ਼ੀ ਜਿਹੜੀ ਆ ਉਹ ਅੰਦਰੂਨੀ ਖੁਸ਼ੀ ਸੀ ਜਿਹੜੀ ਕਿ ਇੱਕ ਕਿਸਾਨ ਦੀ ਉਹ ਖੁਸ਼ੀ ਨੂੰ ਬਿਆਨ ਕਰਦੀ ਹੈ ਕਿ ਜਿਹੜੀ ਹੱਲ ਨਾਲ ਜੁੜਨ ਕਰਕੇ ਉਹਦੀਆਂ ਬਹੁਤ ਸਾਰੀਆਂ ਇੱਛਾਵਾਂ ਪੂਰੀਆਂ ਨਹੀਂ ਹੋ ਪਾਉਂਦੀਆਂ। ਸਵੇਰੇ ਤੜਕੇ ਉਹਨੂੰ ਖੇਤਾਂ ਵਿੱਚ ਜੁੜਨਾ ਪੈਂਦਾ ਆ ਔਰ ਜਿਹੜੇ ਵਿਆਹ ਤੋਂ ਬਾਅਦ ਦੇ ਕਈ ਸ਼ੌਂਕ ਜਿਹੜੇ ਆ ਉਹ ਅਧੂਰੇ ਰਹਿ ਜਾਂਦੇ ਆ। ਸੋ ਹਰਨਾਮ ਸਿੰਘ ਦਾ ਦਿਲ ਜਿਹੜਾ ਸੀ ਉਹ ਖੁਸ਼ ਹੋ ਗਿਆ। ਉਹਨੂੰ ਇੱਦਾਂ ਲੱਗਾ ਕਿ ਅੱਜ ਸੱਚੀ ਮੁੱਚੀ ਜਿਹੜੀ ਉਹਦੀ ਵਹੁਟੀ ਹੈ ਉਹ ਖੇਤਾਂ ਦੇ ਵਿੱਚ ਉਹਦੇ ਲਈ ਰੋਟੀ ਲੈ ਕੇ ਆ ਗਈ ਆ। ਇਹ ਸਿਰਫ ਪੱਤਾ ਹੀ ਨਹੀਂ, ਸੋ ਹਰਨਾਮ ਸਿੰਘ ਦੇ ਲਈ ਜਿਹੜੀ ਇਹ ਚੀਜ਼ ਹੈ ਨਾ ਉਹ ਸਿਰਫ ਪੱਤਾ ਹੀ ਨਹੀਂ ਸੀ, ਸਿਰਫ ਇਹ ਕਹਿ ਲਓ ਕਿ ਇਹ ਉਹਦੀ ਰੋਟੀ ਹੀ ਨਹੀਂ ਸੀ, ਸਗੋਂ ਤੜਕੇ ਹਲੀ ਉੱਠਣ ਕਰਕੇ, ਕਹਿੰਦੇ ਕਿ ਤੜਕੇ ਮਤਲਬ ਸਵੇਰੇ ਹਲੀ ਮਤਲਬ ਹਲ, ਖੇਤਾਂ ਦੇ ਵਿੱਚ ਹਲ ਚਲਾਉਣ ਕਰਕੇ ਵਸੂਲ ਨਾ ਹੋਈ ਪਿਆਰ ਦੀ ਆਖਰੀ ਕਿਸ਼ਤ ਵਿਆਜ ਦੇ ਨਾਲ ਲੱਗਦੀ ਹੋਈ ਆ ਰਹੀ ਸੀ। ਸੋ ਉਹਨੂੰ ਇਹ ਲੱਗਾ ਕਿ ਜਿਹੜਾ ਕਿ ਉਹਨੂੰ ਤੜਕੇ ਰੋਜ਼ ਸਵੇਰੇ ਖੇਤਾਂ ਦੇ ਵਿੱਚ ਹਲ ਚਲਾਉਣ ਲਈ ਉੱਠਣਾ ਪੈਂਦਾ ਆ, ਇਸ ਕਰਕੇ ਜਿਹੜਾ ਪਿਆਰ ਉਹਨੂੰ ਨਹੀਂ ਮਿਲ ਪਾਉਂਦਾ ਆਪਣੀ ਪਤਨੀ ਦੇ ਨਾਲ, ਦੋ ਘੜੀ ਵੀ ਉਹ ਜਿਹੜਾ ਆ ਪਿਆਰ ਦੇ ਨਾਲ ਨਹੀਂ ਰਹਿ ਪਾਉਂਦਾ, ਦੋ ਗੱਲਾਂ ਕਰਨ ਦਾ ਉਹਨੂੰ ਵਕਤ ਨਹੀਂ ਮਿਲਦਾ। ਇਸ ਕਰਕੇ ਉਹਨੂੰ ਇੱਦਾਂ ਲੱਗਾ ਕਿ ਸ਼ਾਇਦ ਅੱਜ ਜਿਹੜਾ ਹੈ
ਪਿਆਰ ਦੀ ਜਿਹੜੀ ਕਿਸ਼ਤ ਹੈ ਉਹਦੇ ਨਾਲ ਵਿਆਜ, ਮਤਲਬ ਕੀ ਆ ਕਿ ਘਰ ਦੇ ਵਿੱਚ ਤਾਂ ਉਹਨਾਂ ਨੂੰ ਮੌਕਾ ਮਿਲਦਾ ਨਹੀਂ ਸੀ, 2 ਘੜੀ ਵੀ ਨਹੀਂ ਸੀ ਬਹਿ ਪਾਉਂਦੇ। ਉਹਨੂੰ ਇਦਾਂ ਲੱਗਾ ਕਿ ਅੱਜ ਉਹਦੀ ਜਿਹੜੀ ਪਤਨੀ ਹੈ ਉਹ ਖੇਤਾਂ ਦੇ ਵਿੱਚ ਪੱਤਾ ਲੈ ਕੇ ਆ ਗਈ ਹੈ ਤੇ ਅੱਜ ਉਹਦਾ ਜਿਹੜਾ ਹੈ ਅਸਲ ਵੀ ਤੇ ਨਾਲ ਵਿਆਜ ਵੀ ਦੋਨੋਂ ਹੀ ਚੀਜ਼ਾਂ ਵਸੂਲ ਹੋਣਗੀਆਂ। ਉਹ ਦੋਨੋਂ ਜਿਹੜੇ ਆ ਕੁਝ ਘੜੀ ਖੇਤਾਂ ਦੇ ਵਿੱਚ ਇਕੱਠੇ ਬਤੀਤ ਕਰਨਗੇ। ਅੱਖੀਆਂ ਤੋਂ ਲੈ ਮਤਲਬ ਅੱਖਾਂ ਤੋਂ ਸ਼ੁਰੂ ਹੋ ਕੇ ਵੱਖੀਆਂ ਪੂਲਿਆਂ ਵਿੱਚ ਦੀ ਲੰਘਦੀ ਪੱਟਾਂ ਵਿੱਚ ਉਤਰਦੀ ਹੈ। ਸੋ ਅਖੀਰ ਕੀ ਹੋਇਆ ਕਿ ਜਿਹੜਾ ਹਰਨਾਮ ਸਿੰਘ ਹੈ, ਉਹ ਜਿਹੜੀ ਔਰਤ ਸੱਜ ਧੱਜ ਕੇ ਆ ਰਹੀ ਸੀ, ਉਹਨੂੰ ਅੱਖਾਂ ਤੋਂ ਲੈ ਕੇ ਫਿਰ ਵੱਖੀਆਂ, ਪੂਲੇ ਕਹਿੰਦੇ ਪੱਟਾਂ ਨੂੰ, ਲੱਕ ਨੂੰ, ਤੇ ਫਿਰ ਪੂਲੇ ਮਤਲਬ ਲੱਕ ਤੇ ਫਿਰ ਪੱਟਾਂ। ਕਹਿਣ ਤੋਂ ਕੀ ਭਾਵ ਆ ਕਿ ਜਿਹੜਾ ਹਰਨਾਮ ਸਿੰਘ ਹੈ ਉਸ ਔਰਤ ਨੂੰ ਅੱਖਾਂ ਤੋਂ ਲੈ ਕੇ ਪੈਰਾਂ ਤੱਕ ਪੂਰੀ ਤਰ੍ਹਾਂ ਦੇਖਦਾ ਆ ਤੇ ਮੁੜ ਉਤਾਂਹ ਨੂੰ ਚੜ ਜਾਂਦੀ ਹੈ ਤੇ ਫਿਰ ਉਹਦੀ ਨਜ਼ਰ ਜਿਹੜੀ ਹੈ ਪੈਰਾਂ ਤੋਂ ਵਾਪਸ ਮੁੜ ਉਹਦੇ ਚਿਹਰੇ ਵੱਲ ਜਾਂਦੀ ਹੈ। ਦਿਲ ਵਿੱਚ ਚਟਕ ਜਿਹੀ ਹੁੰਦੀ ਹੈ, ਚਟਕ ਮਤਲਬ ਕਸਕ ਜਿਹੀ ਹੁੰਦੀ ਹੈ। ਉਹਦਾ ਮਨ ਜਿਹੜਾ ਸੀ ਅੰਦਰੋਂ ਕਾਲਾ ਪੈ ਰਿਹਾ ਸੀ ਕਿ ਕਿਹੜੀ ਘੜੀ ਹੋਵੇ ਔਰਤ ਜਿਹੜੀ ਆ ਉਹਦੇ ਕੋਲ ਪਹੁੰਚੇ ਤੇ ਉਹਦਾ ਪੱਤਾ ਜਿਹੜਾ ਆ ਉਹਦੇ ਕੋਲ ਲੈ ਕੇ ਆ ਜਾਵੇ। ਹਾਲੀ ਉਧਰੋਂ ਮੂੰਹ ਪਰਤ ਕੇ ਬਲਦ ਨੂੰ ਪ੍ਰਾਣੀ ਮਾਰਦਾ ਹੈ ਤੇ ਲਲਕਾਰਦਾ ਤੇ ਨਾਲ ਜਿਹੜਾ ਆ ਉਹ ਖੇਤਾਂ ਦੇ ਵਿੱਚ ਕੰਮ ਵੀ ਕਰਦਾ ਹੈ। ਹਾਲੀ ਮਤਲਬ ਕਿਸਾਨ ਜਿਹੜਾ ਬਲਦ ਹੈ ਖੇਤਾਂ ਦੇ ਵਿੱਚ ਹਲ ਚਲਾ ਰਿਹਾ ਹੈ, ਉਹਨੂੰ ਸੋਟੀ ਵੀ ਮਾਰਦਾ ਹੈ ਤੇ ਨਾਲ ਅੱਗੇ ਵਧਣ ਦੇ ਲਈ ਉਹਨੂੰ ਲਲਕਾਰੇ ਵੀ ਮਾਰਦਾ ਆ। ਸਿਆੜ ਬੜੀ ਛੇਤੀ ਆ ਜਾਂਦਾ। ਸਿਆੜ ਜਿਹੜੇ ਹੁੰਦੇ ਆ ਉਹ ਕਹਿੰਦੇ ਆ ਖੇਤਾਂ ਦੇ ਵਿੱਚ ਬਣਾਏ ਜਾਣ ਵਾਲੇ ਵੱਟਾਂ ਨੂੰ। ਆਮ ਕਰਕੇ ਵੱਟਾਂ ਦੇ ਉੱਪਰ ਜਿਹੜੀ ਆ ਖੇਤੀ ਦਾ ਕੰਮ ਕੀਤਾ ਜਾਂਦਾ ਆ। ਸੋ ਕੀ ਦੇਖਦਾ ਆ ਕਿ ਜਦੋਂ ਉਹ ਖੇਤਾਂ ਦੇ ਵਿੱਚ ਸਿਆੜ ਮਤਲਬ ਵੱਟ ਬਣਾਉਂਦਾ ਹੈ ਤਾਂ ਉਹਨੂੰ ਇੱਦਾਂ ਲੱਗਦਾ ਕਿ ਬੜੀ ਛੇਤੀ ਜਿਹੜਾ ਆ ਉਹ ਵੱਟ ਬਣੀ ਜਾਂਦੇ ਆ ਤਾਂ ਉਹ ਉਸੇ ਹੀ ਘੁੰਮ ਕੇ ਉਸੇ ਥਾਂ 'ਤੇ ਵਾਪਸ ਜਾਣਾ ਚਾਹੁੰਦਾ ਹੈ ਜਿੱਥੋਂ ਉਹਨੂੰ ਔਰਤ ਨਜ਼ਰ ਆ ਰਹੀ ਸੀ ਤੇ ਉਸੇ ਜਗ੍ਹਾ 'ਤੇ ਹੀ ਆ ਕੇ ਉਹ ਅਵਸਥਾ ਹੋ ਜਾਂਦੀ ਹੈ। ਫਿਰ ਉਹ ਉਸੇ ਜਗ੍ਹਾ 'ਤੇ ਵਾਪਸ ਪਹੁੰਚ ਕੇ ਉਹਦੀ ਉਹੀ ਹਾਲਤ ਹੁੰਦੀ ਹੈ ਕਿ ਉਹ ਘੜੀ ਮੁੜੀ ਜਿਹੜਾ ਆ ਉਹਦੀ ਨਿਗਾਹ ਉਸੇ ਰਸਤੇ 'ਤੇ ਜਾਂਦੀ ਹੈ ਜਿੱਥੋਂ ਕਿ ਉਹ ਔਰਤ ਜਿਹੜੀ ਹੈ ਉਹ ਪੱਤਾ ਲੈ ਕੇ ਆ ਰਹੀ ਸੀ। ਦੂਜਾ ਸਿਆੜ ਲਿਆ ਕੇ ਜਦੋਂ ਪਰਤ ਕੇ ਉਸੇ ਜਗ੍ਹਾ ਆਉਂਦਾ ਹੈ ਤਾਂ ਗੁਲਾਬੀ ਦੁਪੱਟੇ ਦੇ ਘਿਓ ਪੂਰੀ ਘੱਗਰੇ ਵਾਲੀ ਲਚਕੋਰੇ ਖਾਂਦੀ ਮੁਟਿਆਰ ਦੇ ਚਿਹਰੇ ਦੀ ਰਸਮ ਅੱਖੀਆਂ ਨਾਲ ਟਕਰਾਉਂਦੀ ਹੈ। ਰਿਸਮ ਮਤਲਬ ਰੋਸ਼ਨੀ, ਅੱਖਾਂ ਦੀ ਰੋਸ਼ਨੀ। ਸੋ ਹੁੰਦਾ ਕੀ ਹੈ ਕਿ ਜਦੋਂ ਹਰਨਾਮ ਸਿੰਘ ਜਿਹੜੀ ਹੈ ਉਸੇ ਰਸਤੇ ਵਾਪਸ ਆਉਂਦਾ ਹੈ ਤਾਂ ਉਹ ਕੀ ਦੇਖਦਾ ਆ ਕਿ ਔਰਤ ਜਿਸ ਨੇ ਸਿਰ ਦੇ ਉੱਪਰ ਗੁਲਾਬੀ ਦੁਪੱਟਾ ਤੇ ਘਿਓ ਕਪੂਰੀ ਰੰਗ ਦਾ ਘੱਗਰਾ ਪਾਇਆ ਹੋਇਆ ਹੈ, ਲੱਕ ਮਟਕਾਉਂਦੀ ਹੋਈ ਆਉਂਦੀ ਆ ਨਾ, ਤਾਂ ਹਰਨਾਮ ਸਿੰਘ ਦੀਆਂ ਨਜ਼ਰਾਂ ਜਿਹੜੀਆਂ ਆ ਉਹ ਉਸ ਔਰਤ ਦੀਆਂ ਨਜ਼ਰਾਂ ਦੇ ਨਾਲ ਟਕਰਾਉਂਦੀਆਂ ਆ। ਇੱਕ ਦੂਜੇ ਦੀਆਂ ਨਜ਼ਰਾਂ ਜਿਹੜੀਆਂ ਆ ਉਹ ਆਪਸ ਦੇ ਵਿੱਚ ਟਕਰਾਉਂਦੀਆਂ ਆ, ਬਿਜਲੀ ਨਾਲੋਂ ਤੇਜ਼ ਉੱਥੇ ਅੱਪੜਦੀਆਂ ਨੇ। ਸੋ ਹਰਨਾਮ ਸਿੰਘ ਦੀਆਂ ਨਜ਼ਰਾਂ ਜਿਹੜੀਆਂ ਨੇ ਨਾ ਅੱਪੜਦੀਆਂ ਮਤਲਬ ਪਹੁੰਚਦੀਆਂ। ਕਿ ਹਰਨਾਮ ਸਿੰਘ ਦੀਆਂ ਜਿਹੜੀਆਂ ਨਜ਼ਰਾਂ ਹੈ ਨਾ, ਜਿਸ ਤਰ੍ਹਾਂ ਬਿਜਲੀ ਕਹਿੰਦੇ ਨਾ ਫਟਾਫਟ ਹਰ ਜਗ੍ਹਾ ਪਹੁੰਚਦੀ ਹੈ, ਉਸੇ ਤਰ੍ਹਾਂ ਹਰਨਾਮ ਸਿੰਘ ਦੀਆਂ ਨਜ਼ਰਾਂ ਵੀ ਝੱਟ-ਪੱਟ ਉਸ ਔਰਤ ਦੇ ਵੱਲ ਪਹੁੰਚਦੀਆਂ ਨੇ। ਮੁਟਿਆਰ ਝੱਟ ਕਰਕੇ ਘੁੰਡ ਸਿੱਟ ਲੈਂਦੀ ਆ ਤਾਂ ਕੀ ਹੁੰਦਾ ਹੈ ਕਿ ਔਰਤ ਜਿਹੜੀ ਖੇਤਾਂ ਦੇ ਵਿੱਚ ਪੱਤਾ ਲੈ ਕੇ ਆਉਂਦੀ ਹੈ ਉਹ ਬੜੀ ਛੇਤੀ ਆਪਣਾ ਮੂੰਹ ਜਿਹੜਾ ਹੈ ਉਹ ਢੱਕ ਲੈਂਦੀ ਹੈ। ਉਹ ਇਹ ਤਾਂ ਬੰਤੇ ਦੀ ਬਹੂ ਹੈ, ਦਿਲ ਧਰਤੀ ਵਿੱਚ ਨਿਗਰਨ ਲੱਗਾ ਦੱਸ ਜਾਂਦਾ ਹੈ। ਸੋ ਜਦੋਂ ਉਹ ਦੇਖਦਾ ਹੈ ਕਿ ਇਹ ਔਰਤ ਜਿਹੜੀ ਖੇਤਾਂ ਦੇ ਵਿੱਚ ਆਉਂਦੀ ਹੈ ਇਹ ਉਹਦੀ ਵਹੁਟੀ ਨਹੀਂ ਸਗੋਂ ਇਹ ਤਾਂ ਬੰਤੇ ਹੁਣਾਂ ਦੀ ਨੂੰਹ ਹੈ, ਤਾਂ ਉਹਦਾ ਦਿਲ ਕੀ ਕਰਦਾ ਆ, ਉਹਦਾ ਦਿਲ ਜਿਹੜਾ ਹੈ ਧਰਤੀ ਦੇ ਵਿੱਚ ਧੱਸ ਜਾਣ ਨੂੰ ਕਰਦਾ। ਤਾਂ ਦਿਲ ਕਰਦਾ ਹੈ ਕਿ ਇਹ ਸਾਰਾ ਕੁਝ ਛੱਡ ਛਡਾ ਕੇ ਧਰਤੀ ਦੇ ਵਿੱਚ ਧੱਸ ਜਾਵੇ। ਸੋ ਇੱਥੇ ਜਿਹੜੀਆਂ ਹਰਨਾਮ ਸਿੰਘ ਦੀਆਂ ਉਮੀਦਾਂ ਟੁੱਟਦੀਆਂ ਨਜ਼ਰ ਆਉਂਦੀਆਂ ਆ। ਕਿੱਥੇ ਉਹ ਜਦੋਂ ਔਰਤ ਨੂੰ ਦੇਖਦਾ ਹੈ ਤੇ ਉਹਦੀ ਉਮੀਦ ਵੱਜਦੀ ਹੈ, ਪਰ ਜਦੋਂ ਹੀ ਔਰਤ ਦੇਖਦਾ ਹੈ ਕਿ ਉਹਦੀ ਵਹੁਟੀ ਨਹੀਂ ਤਾਂ ਉਹਦਾ ਦਿਲ ਕਰਦਾ ਕਿ ਕਿਤੇ ਜਾ ਕੇ ਮਰ ਜਾਵੇ, ਧਰਤੀ ਦੇ ਵਿੱਚ ਧੱਸ ਜਾਵੇ, ਕਿਉਂਕਿ ਇਹ ਉਹਦੀ ਵਹੁਟੀ ਨਹੀਂ ਸੀ। ਫਿਰ ਉਹੀ ਪੁਰਾਣੀ ਰਫਤਾਰ ਖੁੱਚਾਂ ਦੀ ਲਚਕ ਕਫੂਰ ਕਹਿੰਦੇ ਕਿ ਫਿਰ ਉਹੀ ਕੰਮ ਜਿਹੜਾ ਹੈ ਕਿ ਖੇਤਾਂ ਦੇ ਵਿੱਚ ਉਹਨੇ ਹੱਲ ਵਾਉਣਾ ਹੈ, ਉਹੀ ਪੁਰਾਣੀ ਰਫਤਾਰ ਕਿ ਉਹੀ ਜਿਹੜੀ ਹੈ ਕੰਮ ਕਰਨ ਦੀ ਉਹ ਰਫਤਾਰ ਮਤਲਬ ਗਤੀ ਨੂੰ ਫੜਦਾ ਹੈ। ਖੁੱਚਾਂ ਦੀ ਲਚਕ ਕਫੂਰ ਮਤਲਬ ਹੌਲੀ ਹੌਲੀ ਉਹ ਫਿਰ ਜਿਹੜਾ ਹੈ ਕੰਮ ਵੱਲ ਜੁੜਦਾ ਹੈ, ਹਲ ਚਲਾਉਣਾ ਸ਼ੁਰੂ ਕਰਦਾ ਆ। 5-6 ਸਿਆੜ ਲਿਆ ਕੇ ਵਿਚਾਰਾ ਤਾਂਗ ਵਾਂਗ ਅੱਖੀਆਂ ਹੁੰਦੀਆਂ ਇੱਛਾ, ਜਿਸ ਅੱਖੀਆਂ ਦੇ ਵਿੱਚ ਕਿਸੇ ਚੀਜ਼ ਦੀ ਇੱਛਾ ਹੋਵੇ, ਤਾਂਗਵਾਨ ਅੱਖੀਆਂ ਨੂੰ ਉਸ ਕਮਾਦ ਦੀ ਨੁੱਕਰ ਵੱਲ ਜਾਣ ਦੀ ਆਗਿਆ ਦੇ ਦਿੰਦਾ ਹੈ। ਕਹਿੰਦਾ ਕਿ ਅਖੀਰ ਕੀ ਹੁੰਦਾ ਆ ਕਿ ਉਹ ਦੁਬਾਰਾ ਫਿਰ ਹੌਲੀ ਜਿਹੜਾ ਹੈ ਆਪਣੇ ਕੰਮ ਦੀ ਰਫ਼ਤਾਰ ਫੜਦਾ ਆ। ਜਦੋਂ ਖੇਤਾਂ ਦੇ ਵਿੱਚ 5-6 ਸਿਆੜ ਬਣ ਜਾਂਦੇ ਆ ਤਾਂ ਉਹਦੀਆਂ ਜਿਹੜੀਆਂ ਇੱਛਾ ਭਰੀਆਂ ਅੱਖਾਂ ਆ, ਇੱਛਾ ਜਿਹੜੀ ਹੈ ਉਹ ਹੈ ਉਹਦੇ ਆਪਣੀ ਪਤਨੀ ਨੂੰ ਮਿਲਣ ਦੀ। ਤਾਂ
ਉਹਦੀਆਂ ਅੱਖਾਂ ਜਿਹੜੀਆਂ ਆ ਉਹੀ ਗੰਨੇ ਦੇ ਜਿਹੜੀ ਉਹ ਨੁੱਕਰ, ਉਸੇ ਨੁੱਕਰ ਵੱਲ, ਕਿਸ ਨੁੱਕਰ ਵੱਲ, ਜਿਸ ਨੁੱਕਰ ਤੋਂ ਉਹਦੀ ਪਤਨੀ ਨੇ ਉਹਦੇ ਲਈ ਭੱਤਾ ਲੈ ਕੇ ਆਉਣਾ ਸੀ, ਉਸੇ ਨੁੱਕਰ ਵੱਲ ਜਿਹੜੀਆਂ ਆ ਘੁੰਮਦੀਆਂ ਆ ਔਰ ਬਾਰ-ਬਾਰ ਉਸੇ ਰਸਤੇ ਵੱਲ ਨੂੰ ਦੇਖਦੀਆਂ ਆ ਕਿ ਸ਼ਾਇਦ ਅੱਜ ਉਹਦੀ ਪਤਨੀ ਭੱਤਾ ਲੈ ਕੇ ਆ ਜਾਵੇ। ਬਲਦ ਹੌਲੀ ਹੋ ਜਾਂਦੇ ਨੇ, 2 ਕੁ ਪਲ ਦੇਖਣ ਵੱਲ ਨਿਰਾਸ਼ ਹੋ ਕੇ ਫਿਰ ਅੱਖੀਆਂ ਤੇ ਦਿਲ ਨੂੰ ਮੋੜ ਲੈਂਦਾ ਹੈ। ਕਹਿੰਦਾ ਕਿ ਹੌਲੀ ਹੌਲੀ ਉਹ ਕਹਿੰਦਾ ਕਿ ਬਲਦ ਜਿਹੜੇ ਆ ਉਹਨਾਂ ਦੀ ਗਤੀ ਹੌਲੀ ਹੁੰਦੀ ਹੈ, ਉਹ ਥੋੜ੍ਹੀ 2 ਪਲ ਦੇ ਲਈ ਜਿਹੜਾ ਆ ਰੁਕਦਾ ਆ, ਪਰ ਫਿਰ ਉਹਦਾ ਮਨ ਜਿਹੜਾ ਆ ਨਿਰਾਸ਼ ਹੋ ਜਾਂਦਾ ਆ। ਤਾਂ ਉਹ ਆਪਣੀਆਂ ਅੱਖਾਂ ਨੂੰ ਤੇ ਆਪਣੇ ਦਿਲ ਨੂੰ, ਜਿਹੜਾ ਦਿਲ ਔਰ ਉਹਦੀਆਂ ਅੱਖਾਂ ਜਿਹੜੀਆਂ ਇੱਕੋ ਰਸਤੇ ਨੂੰ ਬਾਰ-ਬਾਰ ਨਿਹਾਰ ਰਹੀਆਂ ਸੀ, ਉਸ ਤੋਂ ਜਿਹੜਾ ਹੈ ਆਪਣੇ ਦਿਲ ਨੂੰ ਤੇ ਅੱਖਾਂ ਨੂੰ ਦੂਰ ਕਰ ਲੈਂਦਾ ਆ, ਕਿਉਂਕਿ ਅੱਜ ਵੀ ਉਹਦੀ ਵਹੁਟੀ ਜਿਹੜੀ ਸੀ ਭੱਤਾ ਲੈ ਕੇ ਨਹੀਂ ਆਈ ਸੀ। ਤੇ ਖਿੱਚ ਕੇ ਬਲਦ ਨੂੰ ਪ੍ਰਾਣੀ ਮਾਰਦਾ ਹੈ। ਤਾਂ ਅਖੀਰ ਕੀ ਹੁੰਦਾ, ਦਾ ਮਨ ਖਿੱਚ ਜਾਂਦਾ ਹੈ, ਗੁੱਸਾ ਚੜ੍ਹਦਾ ਹੈ ਉਹਨੂੰ, ਤੇ ਉਹ ਗੁੱਸੇ ਦੇ ਵਿੱਚ ਆ ਕੇ ਆਪਣੇ ਬਲਦ ਨੂੰ ਜ਼ੋਰ ਦੀ ਸੋਟੀ ਮਾਰਦਾ ਆ। ਲਲਕਾਰੇ ਦੀ ਥਾਂ ਇੱਕ ਨਿੰਮੋ ਝੋਲੀ ਟਿਚਕਾਰੀ ਹੀ ਨਿਕਲਦੀ ਹੈ। ਕਹਿੰਦੇ ਕਿ ਜਿਹੜਾ ਪਹਿਲਾਂ ਉਹ ਆਪਣੇ ਬਲਦ ਨੂੰ ਕੰਮ ਦੇ ਲਈ ਜ਼ੋਰ-ਜ਼ੋਰ ਦੀ ਆਵਾਜ਼ਾਂ ਮਾਰ ਰਿਹਾ ਸੀ, ਹੁਣ ਉਹਦੀ ਜਿਹੜੀ ਹੈ ਨਿੰਮੋ ਝੋਲੀ ਮਤਲਬ ਉਦਾਸੀ, ਟਿਚਕਾਰੀ ਮਤਲਬ ਆਵਾਜ਼, ਕਿ ਹੁਣ ਉਹਦੇ ਮੂੰਹ ਦੇ ਵਿੱਚੋਂ ਸਿਰਫ ਇੱਕ ਉਦਾਸੀ ਭਰੀ ਆਵਾਜ਼ ਹੀ ਨਿਕਲ ਰਹੀ ਸੀ। ਦਿਲ ਕਰਾਰਾ ਕਰਕੇ 3 ਸਿਆੜ ਹੋਰ ਲਿਆਂਦੇ। ਫਿਰ ਕਹਿੰਦੇ ਕਿ ਉਹਨੇ ਦਿਲ ਨੂੰ ਕਰਾਰਾ ਕਰਕੇ ਮਤਲਬ ਦਿਲ ਨੂੰ ਬੰਨ੍ਹ ਕੇ, ਆਪਣੇ ਦਿਲ ਨੂੰ ਫਿਰ ਜਿਹੜਾ ਸੀ ਉਹਨੇ ਹੌਸਲਾ ਦਿੱਤਾ, ਤੇ ਫਿਰ ਉਹਨੇ ਜਿਹੜੇ ਸੀ ਹੋਰ ਖੇਤਾਂ ਦੇ ਵਿੱਚ 3 ਸਿਆੜ ਹੋਰ ਬਣਾਏ, ਤੇ ਫਿਰ ਉਹਦੀਆਂ ਜਿਹੜੀਆਂ ਅੱਖਾਂ ਸੀ ਬਦੋ ਬਦੀ ਉਸੇ ਹੀ ਕਮਾਦ ਦੀ ਨੁੱਕਰੇ, ਉਸੇ ਰਸਤੇ ਨੂੰ ਬਾਰ-ਬਾਰ ਜਿਹੜਾ ਸੀ ਨਿਹਾਰ ਰਹੀਆਂ ਸੀ। ਐਤਕੀ ਜ਼ਰੂਰ ਆਸ ਪੂਰੀ ਹੋ। ਅਖੀਰ ਜਿਹੜਾ ਸੀ ਹਰਨਾਮ ਸਿੰਘ ਨੇ ਕੀ ਸੋਚਿਆ ਕਿ ਅੱਜ ਜਿਹੜੀ ਉਹਦੀ ਇੱਛਾ ਹੈ ਉਹ ਜ਼ਰੂਰ ਪੂਰੀ ਹੋ ਜਾਣੀ ਹੈ, ਅੱਜ ਉਹਦੀ ਪਤਨੀ ਨੇ ਜ਼ਰੂਰ ਭੱਤਾ ਲੈ ਕੇ ਆ ਜਾਣਾ। ਪਲ ਕੁ ਬਾਅਦ ਜਦ ਅੱਖੀਆਂ ਕਿਧਰੇ ਹੋਰ ਪਾਸੇ ਅਗਾਂਹ ਪਿਛਾਂ ਝਾਤ ਮਾਰਨ ਨੂੰ ਤਿਆਰ ਹੋ ਰਹੀਆਂ ਸਨ, ਤਾਂ ਕਮਾਦ ਦੀ ਨੁਕਰੋਂ ਚੱਟ ਕਰਕੇ ਇੱਕ ਲੰਬੀ ਲਚਕਦਾਰ ਪੁਤਲੀ ਕਹਿੰਦੇ ਔਰਤ ਪੁਤਲੀ ਨੇ ਮੋੜ ਲਿਆ। ਕਹਿੰਦੇ ਕਿ ਅਖੀਰ ਕੀ ਹੋਇਆ, ਜਦ ਹਰਨਾਮ ਸਿੰਘ ਜਿਹੜਾ ਸੀ ਉਹੀ ਗੰਨੇ ਦੀ ਜਿਹੜੀ ਨੁੱਕਰ ਆ ਉਹਦੇ ਇੱਧਰ ਉੱਧਰ ਝਾਤੀਆਂ ਮਾਰਦਾ ਸੀ, ਤਾਂ ਉਹਨੇ ਕੀ ਦੇਖਿਆ ਕਿ ਇੱਕ ਹੋਰ ਔਰਤ ਜਿਹੜੀ ਹੈ ਪਤਲੀ ਲਚਕਦਾਰ ਜਿਹੜੀ ਹੈ ਔਰਤ ਨੇ ਉਸੇ ਹੀ ਰਸਤੇ ਵੱਲ ਨੂੰ ਮੋੜਾ ਲਿਆ ਜਿੱਧਰੋਂ ਉਹਦੀ ਪਤਨੀ ਨੇ ਆਉਣਾ ਸੀ। ਪਰ ਇਹਦਾ ਘੱਗਰਾ ਤਾਂ ਕੋਈ ਘਿਓ ਕਪੂਰੀ ਨਹੀਂ, ਕੋਈ ਹੋਰ ਰੰਗ ਦਾ ਆ, ਕਿਉਂਕਿ ਜਿਹੜਾ ਹਰਨਾਮ ਸਿੰਘ ਸੀ ਉਹ ਆਪਣੀ ਪਤਨੀ ਦੇ ਘੱਗਰੇ ਦੇ ਰੰਗ ਨੂੰ ਜਾਣਦਾ ਸੀ, ਪਰ ਅੱਜ ਜਿਹੜਾ ਉਹ ਔਰਤ ਉਹਨੇ ਦੇਖੀ ਸੀ ਉਸ ਔਰਤ ਦੇ ਘੱਗਰੇ ਦਾ ਰੰਗ ਘਿਓ ਕਪੂਰੀ ਨਹੀਂ ਸੀ। ਪਰ ਉਹਨੇ ਕੀ ਸੋਚਿਆ, ਉਹ ਵਹੁਟੀ ਦੇ ਰੋਜ਼ ਦੇ ਘੱਗਰੇ ਦਾ ਰੰਗ ਗੁਲਾਬੀ ਰੰਗ 2 ਜਾਣਦਾ ਸੀ, ਉਹਨੂੰ ਪਤਾ ਸੀ ਕਿ ਉਹਦੀ ਪਤਨੀ ਕੋਲ ਇਹੀ 2 ਰੰਗ ਦੇ ਘੱਗਰੇ ਆ, ਸ਼ਾਇਦ ਘੱਗਰਾ ਬਦਲ ਗਿਆ ਹੋਵੇ। ਪਰ ਅਖੀਰ ਉਹਨੇ ਕੀ ਸੋਚਿਆ ਕਿ ਸ਼ਾਇਦ ਅੱਜ ਉਹਦੀ ਪਤਨੀ ਨੇ ਘੱਗਰਾ ਜਿਹੜਾ ਆ ਬਦਲ ਲਿਆ ਹੋਏਗਾ, ਕਿਸੇ ਹੋਰ ਰੰਗ ਦਾ ਪਾ ਲਿਆ ਹੋਏਗਾ। ਇਸ ਕਰਕੇ ਉਹਦੀ ਜਿਹੜੀ ਉਮੀਦ ਸੀ ਉਹ ਫਿਰ ਵੱਜ ਗਈ ਕਿ ਉਹਦੀ ਪਤਨੀ ਜਿਹੜੀ ਆ ਖੇਤਾਂ ਦੇ ਵਿੱਚ ਭੱਤਾ ਲੈ ਕੇ ਆ ਗਈ। ਪਰ ਆਸ ਦਾ ਧਾਗਾ ਟੁੱਟ ਜਾਂਦਾ ਹੈ ਜਦ 2 ਗੁੱਡੀਆਂ ਜਿਹੀਆਂ ਨਾਲ ਹੀ ਪਿੱਛੇ ਆਉਂਦੀਆਂ ਦਿਸਦੀਆਂ। ਕਹਿੰਦੇ ਪਰ ਅੱਜ ਉਹਦੀ ਫਿਰ ਉਮੀਦ ਜਿਹੜੀ ਸੀ ਟੁੱਟ ਗਈ, ਕਿਉਂਕਿ ਅੱਜ ਫਿਰ ਉਹਦੀ ਪਤਨੀ ਖੇਤਾਂ ਵਿੱਚ ਭੱਤਾ ਲੈ ਕੇ ਨਹੀਂ ਆਈ ਸੀ। ਉਹੀ 2 ਗੁੱਡੀਆਂ ਮਤਲਬ ਕੁੜੀਆਂ ਜਿਹੜੀਆਂ ਸੀ ਉਹ ਖੇਤਾਂ ਦੇ ਵਿੱਚ ਭੱਤਾ ਲੈ ਕੇ ਪਹੁੰਚ ਗਈਆਂ ਸੀ। ਇਹ ਤਾਂ ਨਾਮੂ ਹੈ। ਇੱਕ ਦਾੜ ਨੇ ਤਾਂ ਰੋਟੀ ਖਾਣ ਦੀ ਸਲਾਹ ਹੀ ਹਟਾ ਦਿੱਤੀ। ਅਖੀਰ ਹਰਨਾਮ ਸਿੰਘ ਨੇ ਦੇਖਿਆ ਕਿ ਜਿਹੜੀ ਹੈ ਅੱਜ ਫਿਰ ਨਾਮੋ ਖੇਤਾਂ ਦੇ ਵਿੱਚ ਭੱਤਾ ਲੈ ਕੇ ਆ ਗਈ, ਤਾਂ ਉਹਦਾ ਜਿਹੜਾ ਦਿਲ ਸੀ ਖੱਟਾ ਹੋ ਗਿਆ, ਤੇ ਅਖੀਰ ਜਿਹੜਾ ਸੀ ਉਹਦਾ ਦਿਲ ਰੋਟੀ ਖਾਣ ਨੂੰ ਵੀ ਨਾ ਕੀਤਾ। ਮਾਂ ਨੇ ਕੰਮ ਦੇ ਲਾਲਚ ਕਰਕੇ ਤੋਰੀ ਨਹੀਂ। ਸੋ ਇੱਥੇ ਤੁਹਾਡਾ ਪੁਆਇੰਟ ਬਣਦਾ ਹੈ ਕਿ ਨਾਮੋ ਦੀ ਜਿਹੜੀ ਭਰਜਾਈ ਸੀ ਖੇਤਾਂ ਵਿੱਚ ਭੱਤਾ ਲੈ ਕੇ ਕਿਉਂ ਨਹੀਂ ਸੀ ਜਾਂਦੀ, ਕਿਉਂਕਿ ਜਿਹੜੀ ਨਾਮੋ ਦੀ ਮਾਂ ਸੀ ਉਹ ਇੱਕ ਲਾਲਚੀ ਔਰਤ ਸੀ, ਉਹਨੂੰ ਘਰ ਦੇ ਕੰਮ ਦਾ ਲਾਲਚ ਰਹਿੰਦਾ ਸੀ। ਇਸ ਕਰਕੇ ਉਹ ਕਦੇ ਵੀ ਆਪਣੇ ਨੂੰਹ ਨੂੰ ਖੇਤਾਂ ਦੇ ਵਿੱਚ ਭੱਤਾ ਲੈ ਕੇ ਨਹੀਂ ਭੇਜਦੀ ਸੀ, ਹਮੇਸ਼ਾ ਨਾਮੋ ਨੂੰ ਹੀ ਖੇਤਾਂ ਦੇ ਵਿੱਚ ਭੇਜਦੀ ਸੀ। ਕੀ ਹੋ ਸਕਦਾ ਸੀ, ਬਲਦ ਨੂੰ ਇੱਕ ਪ੍ਰਾਣੀ ਹੋਰ ਮਾਰ ਦਿੱਤੀ। ਕਹਿੰਦੇ ਗੁੱਸੇ ਵਿੱਚ ਆ ਕੇ ਹਰਨਾਮ ਸਿੰਘ ਨੇ ਬਲਦ ਨੂੰ ਇੱਕ ਹੋਰ ਜ਼ੋਰ ਦੀ ਸੋਟੀ ਮਾਰੀ, ਨਾਮੋ ਹੀ ਭੇਜ ਦਿੱਤੇ। ਉਹਨੇ ਕੀ ਕਿਹਾ ਕਿ ਅੱਜ ਫਿਰ ਉਹਦੀ ਮਾਂ ਨੇ ਜਿਹੜਾ ਸੀ ਉਹਦੀ ਵਹੁਟੀ ਨੂੰ ਕੰਮ ਦੇ ਲਾਲਚ ਕਰਕੇ ਖੇਤਾਂ ਦੇ ਵਿੱਚ ਨਹੀਂ ਭੇਜਿਆ, ਸਗੋਂ ਨਾਮੋ ਨੂੰ ਹੀ ਭੇਜ ਦਿੱਤਾ। ਕੀ ਹੋ ਸਕਦਾ ਸੀ, ਬਲਦ ਨੂੰ ਇੱਕ ਪ੍ਰਾਣੀ ਹੋਰ ਮਾਰ ਦਿੱਤੀ ਜਿਹੜੀ ਉਹਦੇ ਪੂੜੇ 'ਤੇ ਲੱਗੀ। ਪੂੜੇ ਕਹਿੰਦੇ ਕੰਨ ਦੇ ਪਿਛਲੇ ਹਿੱਸੇ 'ਤੇ। ਉਹ ਕੁਝ ਟੱਪ ਗਿਆ ਤੇ ਸਿਆੜ ਵਿੰਗਾ ਹੋ ਗਿਆ। ਸੋ ਅਖੀਰ ਜਦੋਂ ਨੇ ਗੁੱਸੇ ਦੇ ਵਿੱਚ ਆ ਕੇ ਬਲਦ ਦੇ ਸੋਟੀ ਮਾਰੀ, ਤਾਂ ਬਲਦ ਜਿਹੜਾ ਸੀ ਉਹ ਜਿਹੜਾ ਹੈ ਉਹ ਟੱਪਣ ਲੱਗ ਪਿਆ, ਜਿਹਦੇ ਨਾਲ ਕੀ ਹੋ ਗਈ, ਖੇਤਾਂ ਦੇ ਵਿੱਚ ਵੱਟ ਜਿਹੜੀ ਸੀ ਆਮ ਕਰਕੇ ਸਿੱਧੀਆਂ ਡੰਡੀਆਂ ਬਣਾਈਆਂ ਜਾਂਦੀਆਂ, ਪਰ ਬਲਦ ਦੇ ਟੱਪਣ ਦੇ ਕਰਕੇ ਉਹ ਥੋੜ੍ਹਾ ਜਿਹਾ ਵਿੰਗਾ ਹੋ ਗਿਆ, ਪਿਆ ਪਾੜਾ ਰਹਿ ਜਾਵੇ। ਗੁੱਸੇ ਦੇ ਵਿੱਚ ਉਹਨੇ ਕੀ ਕਿਹਾ ਕਿ ਜੇਕਰ ਸਿਆੜ ਦੇ ਵਿੱਚ ਪਾੜਾ ਮਤਲਬ ਵਿਰਲ ਪੈ ਗਈ ਆ ਤਾਂ ਪਈ ਰਹਿਣ ਦਿਓ, ਕਹਿ ਕੇ ਸਿਆੜ ਮਗਰ
ਤੁਰ ਪਿਆ ਤੇ ਫਿਰ ਜਿਹੜਾ ਸੀ ਉਹ ਅੱਗੇ ਨੂੰ ਤੁਰ ਪਿਆ। ਸੋ ਇੱਥੇ ਜਿਹੜਾ ਹੈ ਇੱਕ ਕਿਸਾਨ ਦੀ ਮਜਬੂਰੀ, ਅੰਦਰੂਨੀ ਮਜਬੂਰੀ ਬਿਆਨ ਕੀਤੀ ਹੈ ਕਿ ਕਿਵੇਂ ਨਵੇਂ ਵਿਆਹ ਤੋਂ ਬਾਅਦ ਵੀ ਉਹਨੂੰ ਆਪਣੀ ਪਤਨੀ ਦੇ ਨਾਲ 2 ਘੜੀ ਵੀ ਬੈਠਣਾ ਜਾਂ 2 ਘੜੀ ਵੀ ਪਿਆਰ ਦੀਆਂ ਬਤੀਤ ਕਰਨੀਆਂ ਨਸੀਬ ਨਹੀਂ ਹੁੰਦੀਆਂ। ਅੱਜ ਆਪਾਂ ਇੱਥੋਂ ਤੱਕ ਹੀ ਕਰਾਂਗੇ, ਫਿਰ ਨੈਕਸਟ ਵੀਡੀਓ 'ਚ ਨੈਕਸਟ ਕੰਟੀਨਿਊ ਕਰਾਂਗੇ।